ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਹਰ ਰੋਜ਼ ਦੀ ਤਰ੍ਹਾਂ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ। ਕੱਲ ਵਿਚਾਰ ਰਹੇ ਸੀ ਕਿ ਸੰਸਾਰ ਦੇ ਵਿੱਚ ਜੋ ਜੀਵ ਨੇ 84 ਲੱਖ ਜੂਨ ਦੇ ਵਿੱਚ ਭਰਮਦੇ ਨੇ, ਲੇਕਿਨ ਜਿਹੜੇ ਉਸ ਪ੍ਰਭੂ ਦੇ ਭਗਤ ਨੇ, ਜਿਹੜੇ ਉਸ ਨੂੰ ਜਾਣ ਲੈਂਦੇ ਨੇ, ਜਿਹੜੇ ਇੱਥੇ ਗਿਆਨ ਲੈ ਕੇ ਉਸ ਪ੍ਰਭੂ ਦੇ ਹੋ ਜਾਂਦੇ ਨੇ, ਉਹਨਾਂ ਦਾ ਜਨਮ ਮਰਨ ਖਤਮ ਹੋ ਜਾਂਦਾ ਹੈ। ਜਿਹੜੇ ਨਹੀਂ ਜਾਣਦੇ ਉਹ 84 ਲੱਖ ਜੂਨ ਦੇ ਵਿੱਚ ਭਰਮਣਾ ਪੈਂਦਾ ਹੈ। 184 ਜੂਨ ਫਿਰ ਹੈ ਗੋਬਿੰਦ ਲੋਕ ਨਹੀਂ ਜਨਮੈ ਮਰੈ। ਜਿਹੜੇ ਗੋਬਿੰਦ ਦੇ ਹੋ ਜਾਂਦੇ ਨੇ ਉਹ ਫਿਰ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ। ਬਲ ਬੁੱਧ ਸਿਆਣਪ ਹਉ ਮੈਂ ਰਹੀ, ਹਰ ਸਾਧ ਸਰਨ ਨਾਨਕ ਗਹੀ। ਸਾਧੂ ਜਿਹਨਾਂ ਦੀ ਸ਼ਰਨ ਜਾਂਦੇ ਹਾਂ ਅਤੇ ਉੱਥੇ ਜਾ ਕੇ ਜਦੋਂ ਗਿਆਨ ਲੈਂਦੇ ਹਾਂ, ਆਪਣੀ ਬਲ ਬੁੱਧ ਸਿਆਣਪ ਛੱਡਦੇ ਹਾਂ, ਹਉਮੈ ਛੱਡ ਦਿੰਦੇ ਹਾਂ, ਫਿਰ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਮਨ ਚਲੇ ਜਾਂਦਾ ਹੈ, ਜਿੱਥੇ ਜਨਮ ਮਰਨ ਸਾਡਾ ਖਤਮ ਹੋ ਜਾਂਦਾ ਹੈ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਗੌੜੀ ਰਾਗ ਦੇ ਵਿੱਚ ਹੀ ਮਹੱਲੇ ਪੰਜਵੇਂ ਦਾ। ਮਨ ਰਾਮ ਨਾਮ ਗੁਣ ਗਾਈਐ, ਨੀਤ ਨੀਤ ਹਰ ਸੇਵੀਐ, ਸਾਸ ਸਾਸ ਹਰ ਧਿਆਈਐ। ਨਿਤ ਹਰੀ ਦੀ ਸੇਵਾ ਕਰਨੀ। ਕਿਵੇਂ? ਸਾਸ ਸਾਸ ਉਸ ਨੂੰ ਧਿਆਉਣਾ, ਧਿਆਨ ਲਗਾਉਣਾ। ਸੇਵਾ ਕੀ ਹੈ? ਦੇਖਣਾ ਨਜ਼ਰਾਂ ਦੁਆਰਾ, ਤੇ ਉਸ ਦੀ ਸੇਵਾ ਕਰਨੀ, ਉਸ ਨੂੰ ਦੇਖਣਾ, ਤੇ ਫਿਰ ਉਸ ਦੇ ਗੁਣ ਗਾਉਣੇ। ਮਨ ਰਾਮ ਨਾਮ ਗੁਣ ਗਾਈਏ। ਗੁਣ ਕਿਹੜੇ ਗਾਉਣੇ ਨੇ? ਰਾਮ ਦੇ ਨਾਮ ਦੇ। ਰਾਮ ਦੇ ਨਾਮ ਦਾ ਗਿਆਨ ਦੇਣਾ ਹੈ, ਆਪ ਉਸ ਨੂੰ ਧਿਆਉਣਾ ਹੈ, ਸੇਵਾ ਕਰਨੀ ਹੈ, ਤੇ ਹੋਰਾਂ ਜੀਵਾਂ ਨੂੰ ਫਿਰ ਗਿਆਨ ਦੇਣਾ ਹੁੰਦਾ ਹੈ ਕਿ ਕਿਵੇਂ ਆਪਾਂ ਉਸ ਪ੍ਰਭੂ ਨੂੰ ਮਿਲ ਸਕਦੇ ਹਾਂ, ਕਿਵੇਂ ਅਸੀਂ ਨਾਮ ਨੂੰ ਬੁੱਝਣਾ ਹੈ, ਕਿਵੇਂ ਅਸੀਂ ਆਪਣੇ ਆਪ ਦਾ ਗਿਆਨ ਲੈਣਾ ਹੈ। ਸਾਡਾ ਅਸੀਂ ਕੌਣ ਹਾਂ, ਸਾਡਾ ਕੀ ਰੂਪ ਹੈ, ਕਿਵੇਂ ਆਪਾਂ ਆਪਣੇ ਮੂਲ ਨੂੰ ਦੇਖਣਾ ਹੈ। ਇਹ ਸਾਰਾ ਜਿਹੜਾ ਗਿਆਨ ਹੈ ਇਹ ਫਿਰ ਆਪਾਂ ਨਾਲ ਨਾਲ ਆਪ ਕਰਨਾ ਹੈ ਅਤੇ ਦੂਜਿਆਂ ਨੂੰ ਦੱਸਣਾ ਹੈ, ਕਿਉਂਕਿ ਜਦ ਤੱਕ ਆਪ ਨਹੀਂ ਜਾਣਿਆ ਦੂਜੇ ਨੂੰ ਦੱਸਾਂਗੇ ਵਿਅਰਥ ਹੈ। ਕਿਉਂਕਿ ਸੰਸਾਰ ਹੈ ਸੁਣੀਆਂ ਸੁਣਾਈਆਂ ਅੱਗੇ ਗੱਲਾਂ ਕਰਦਾ ਹੈ, ਲੇਕਿਨ ਆਪਣਾ ਪ੍ਰੈਕਟੀਕਲ ਨਹੀਂ ਦੱਸਦਾ। ਅਤੇ ਸਤਿਗੁਰਾਂ ਨੇ, ਗੁਰਸਿੱਖਾਂ ਨੇ ਸਾਨੂੰ ਆਪਣਾ ਪ੍ਰੈਕਟੀਕਲ ਬਿਆਨ ਕੀਤਾ ਹੋਇਆ ਹੈ। ਸੋ ਆਪਾਂ ਉਹਨਾਂ ਦੇ ਪ੍ਰੈਕਟੀਕਲ ਨੂੰ ਆਪਣੇ ਜੀਵਨ 'ਚ ਲਾਗੂ ਕਰਕੇ, ਕਮਾ ਕੇ, ਅਤੇ ਆਪਾਂ ਉਸ ਨੂੰ ਫਿਰ ਉਹੀ ਅਭਿਆਸ ਕਰਦੇ ਹਾਂ। ਇਹ ਰਹੋ ਪੰਕਤੀਆਂ ਸੀ।
ਰਾਮ ਮਨ ਰਾਮ ਨਾਮ ਗੁਣ ਗਾਈਐ, ਨੀਤ ਨੀਤ ਹਰ ਸੇਵੀਐ, ਸਾਸ ਸਾਸ ਹਰ ਧਿਆਈਐ। ਸੰਤ ਸੰਗ ਹਰ ਮਨ ਵਸੈ। ਹੁਣ ਇਹ ਸੇਵਾ ਹੋਣੀ ਕਿਵੇਂ ਹੈ? ਪਹਿਲਾਂ ਸੰਤਾਂ ਦਾ ਸੰਗ ਕਰਦੇ ਹਾਂ, ਉਹਨਾਂ ਦਾ ਸੰਗ ਕਰਕੇ ਗਿਆਨ ਲੈਂਦਾ ਹੈ ਜੀਵ, ਫਿਰ ਹਰੀ ਮਨ ਵਿੱਚ ਵਸਦਾ ਹੈ। ਦੁੱਖ ਦਰਦ ਹਨੇਰਾ ਭਰਮ ਨਸੈ। ਜਿਹੜਾ ਵਿਛੋੜੇ ਦਾ ਦੁੱਖ ਹੈ, ਦਰਦ ਹੈ, ਅਗਿਆਨਤਾ ਦਾ ਅੰਧੇਰਾ ਹੈ, ਭਰਮ ਹੈ, ਇਹ ਦੂਰ ਹੋ ਜਾਂਦਾ ਹੈ। ਜਦੋਂ ਸੰਤਾਂ ਦਾ ਸੰਗ ਕਰਕੇ ਗਿਆਨ ਲੈ ਕੇ ਗੁਰ ਨੂੰ ਕਮਾਉਂਦੇ ਹਾਂ ਤੇ ਮਨ ਦੇ ਵਿੱਚ ਆ ਵਸ ਜਾਂਦਾ ਹੈ, ਨਾਮ ਵਸ ਜਾਂਦਾ ਹੈ। ਤੇ ਜਿਹੜਾ ਅਗਿਆਨਤਾ ਸੀ, ਜਿਹੜਾ ਦੁੱਖ ਸੀ, ਵਿਛੋੜੇ ਦਾ ਦਰਦ ਸੀ ਤੇ ਭਰਮ ਸੀ, ਉਹ ਖਤਮ ਹੋ ਜਾਂਦਾ ਹੈ। ਦੁੱਖ ਦਰਦ ਹਨੇਰਾ ਭਰਮ ਨਸੈ। ਸੰਤ ਪ੍ਰਸਾਦ ਹਰ ਜਾਪੀਐ, ਸੋ ਜਨ ਦੁੱਖ ਨਾ ਵਿਆਪੀਐ। ਵੀ ਸੰਤਾਂ ਦਾ ਸੰਗ ਕਰਕੇ, ਸੰਤਾਂ ਦੇ ਗਿਆਨ ਦੁਆਰਾ ਜਦੋਂ ਅਸੀਂ ਹਰੀ ਨੂੰ ਦੇਖਣਾ ਸ਼ੁਰੂ ਕਰਦੇ ਹਾਂ, ਜਾਪਣਾ, ਜਾਪਣਾ ਹੁੰਦਾ ਹੈ ਦੇਖਣਾ, ਕਿ ਸੰਤਾਂ ਤੋਂ ਗਿਆਨ ਲੈ ਕੇ ਜਦੋਂ ਅਸੀਂ ਉਸ ਨੂੰ ਦੇਖਦੇ ਹਾਂ, ਜਿਹੜੇ ਜੀਵ ਦੇਖਦੇ ਨੇ ਉਹਨਾਂ ਨੂੰ ਫਿਰ ਦੁੱਖ ਨਹੀਂ ਵਿਆਪਦਾ। ਸੋ ਜਨ ਦੁੱਖ ਨਾ ਵਿਆਪੀਐ। ਮਨ ਦਾ ਦੁੱਖ ਜਿਹੜਾ ਹੈ, ਦੋ ਤਰ੍ਹਾਂ ਦੇ ਦੁੱਖ ਨੇ, ਇੱਕ ਸਰੀਰਕ ਦੁੱਖ ਨੇ, ਇੱਕ ਮਨ ਦੇ ਦੁੱਖ ਨੇ। ਮਨ ਦਾ ਦੁੱਖ ਵਿਛੋੜਾ, ਭੁੱਖ ਜਾਂ ਮਨ ਦਾ ਡਰ, ਮਨ ਦੇ ਇਹ ਦੁੱਖ ਨੇ ਖਤਮ ਹੋ ਜਾਂਦੇ ਨੇ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇਹ ਦੁੱਖ ਨੇ ਜਿਹੜੇ ਮਨ ਦੇ ਨੇ, ਇਹ ਖਤਮ ਹੋ ਜਾਂਦੇ ਨੇ, ਇਹ ਫਿਰ ਵਿਆਪਦੇ ਨਹੀਂ ਜਦੋਂ ਅਸੀਂ ਉਸ ਦੇ ਦਰਸ਼ਨ ਕਰ ਲੈਂਦੇ ਹਾਂ। ਸਰੀਰਕ ਰੋਗ ਹਰ ਇੱਕ ਨੂੰ ਲੱਗਦਾ ਹੈ, ਚਾਹੇ ਕੋਈ ਗਿਆਨੀ ਹੈ, ਧਿਆਨੀ ਹੈ, ਕੁਛ ਵੀ ਹੈ, ਕਿਉਂਕਿ ਸਰੀਰਕ ਰੋਗ ਆਪਣੇ ਪਿਛਲੇ ਕਰਮਾਂ ਦੇ ਹਿਸਾਬ ਦੇ ਨਾਲ ਸਾਨੂੰ ਮਿਲਦੇ ਨੇ। ਲੇਕਿਨ ਮਨ ਦਾ ਰੋਗ ਜਿਹੜਾ ਹੈ, ਲੱਗਿਆ ਹਉਮੈ ਦਾ, ਇਹ ਖਤਮ ਹੋ ਜਾਂਦਾ ਹੈ, ਭਰਮ ਖਤਮ ਹੋ ਜਾਂਦਾ ਹੈ। ਮਨ ਦਾ 84 ਲੱਖ ਜੂਨ ਦੇ ਵਿੱਚ ਜਿਹੜਾ ਭਰਮ ਨਾ, ਉਹ ਖਤਮ ਹੋ ਜਾਂਦਾ ਹੈ ਜਦੋਂ ਅਸੀਂ ਦਰਸ਼ਨ ਕਰ ਲੈਂਦੇ ਹਾਂ, ਉਸ ਨੂੰ ਦੇਖਦੇ ਹਾਂ। ਕਿਉਂਕਿ ਸੰਤਾਂ ਨੇ ਸਾਨੂੰ ਦੇਖਣ ਦੀ ਵਿਧੀ ਦੱਸਣੀ ਹੁੰਦੀ ਹੈ, ਗਿਆਨ ਸਾਡੇ ਨੇਤਰਾਂ ਦੇ ਵਿੱਚ ਪਾਉਣਾ ਹੁੰਦਾ ਹੈ। ਜਾ ਕੋ ਗੁਰ ਹਰ ਮੰਤਰ ਦੇ, ਸੋ ਉਬਰਿਆ ਮਾਇਆ ਅਗਨ ਤੇ। ਜਿਹਨੂੰ ਆਪ ਹਰੀ ਇਹ ਗੁਰ ਮੰਤਰ ਦੇ ਦਿੰਦਾ ਹੈ ਆਪਣੇ ਜਨਾਂ ਦੁਆਰਾ, ਪਰ ਦੇਣ ਵਾਲਾ ਕੌਣ ਹੈ? ਗੁਰ ਆਪ ਆਪਣੇ ਜਨਾਂ ਦੁਆਰਾ ਜਿਨ੍ਹਾਂ ਨੂੰ ਦਿੰਦਾ ਹੈ। ਸੋ ਉਬਰਿਆ ਮਾਇਆ ਅਗਨ ਤੇ। ਉਹ ਫਿਰ ਜਿਹੜੀ ਇਹ ਮਾਇਆ ਹੈ, ਮਾਇਆ ਕੀ ਹੈ? ਸਾਡਾ ਸਰੀਰ, 9 ਦਰਾਂ ਦਾ ਸਰੀਰ ਵੀ ਮਾਇਆ ਹੈ। ਇਹਦੇ ਵਿੱਚੋਂ ਫਿਰ ਸਾਡਾ ਮਨ ਜਿਹੜਾ ਉਭਰ ਕੇ ਕਿੱਥੇ ਵਾਸਾ ਕਰ ਲੈਂਦਾ ਹੈ? ਚੌਥੇ ਪਦ ਦੇ ਵਿੱਚ, 10ਵੇਂ ਦੁਆਰ ਦੇ ਵਿੱਚ। ਕਿਉਂਕਿ ਜਦ ਤੱਕ ਗਿਆਨ ਨਹੀਂ ਤੇ ਆਪਾਂ ਨੂੰ ਆਪਣਾ 9 ਦਰਾਂ ਦੇ ਸਰੀਰ ਦਾ ਵੀ ਭੇਤ ਨਹੀਂ ਆਉਂਦਾ ਕਿ ਕਿਵੇਂ ਅਸੀਂ ਇਸ ਨੂੰ ਛੱਡਣਾ ਹੈ, ਕਿਵੇਂ ਇਸ ਤੋਂ ਵੱਖ ਹੋਣਾ ਹੈ। ਜਿਹੜੇ ਗੁਰ ਲੈਂਦੇ ਨੇ ਉਹ ਗੁਰ ਲੈ ਕੇ ਫਿਰ ਇਸ ਤੋਂ ਉਭਰ ਜਾਂਦੇ ਨੇ। ਕਿਉਂਕਿ ਮੂਲ ਜਿਹੜਾ ਹੈ ਸਾਡਾ ਸਰੀਰ, ਇਹ ਮਾਇਆ ਦਾ ਮੂਲ ਹੈ। ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਪਾਏ ਪਰਮ ਭੁੱਲ ਹੈ। ਇਸ ਕਰਕੇ ਮਨ ਨੇ ਪਿਆਰੀ ਦੇ ਨਾਲ ਪਾ ਲਿਆ ਤੇ ਭਰਮ ਦੇ ਵਿੱਚ ਹੈ, ਭੁੱਲਿਆ ਹੈ। ਸਾਡਾ ਜਿਹੜਾ ਅਸਲੀ ਰੂਪ ਹੈ ਉਹ ਪ੍ਰਕਾਸ਼ ਰੂਪ ਹੈ, ਮਾਇਆ ਰੂਪ ਨਹੀਂ ਹੈ। ਨਾਨਕ ਕੋ ਪ੍ਰਭ ਮਾਇਆ ਕਰ, ਮੇਰੇ ਮਨ ਤਨ ਵਾਸੈ ਨਾਮ ਹਰ। ਫਿਰ ਆਪ ਦਇਆ ਕਰਦਾ ਹੈ ਜਦੋਂ ਪ੍ਰਭੂ ਕਿਰਪਾ ਕਰਦਾ ਹੈ, ਜਦੋਂ ਅਸੀਂ ਬੇਨਤੀ ਕਰਦੇ ਹਾਂ, ਸੰਤਾਂ ਦਾ ਸੰਗ ਬਖਸ਼ਿਸ਼ ਕਰਦਾ ਹੈ, ਗੁਰੂ ਦਾ ਗਿਆਨ ਲੈਂਦੇ ਹਾਂ, ਫਿਰ ਮਨ ਦੇ ਵਿੱਚ, ਤਨ ਵਿੱਚ ਹਰੀ ਦਾ ਵਾਸਾ, ਹਰੀ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ। ਮੇਰੇ ਮਨ ਤਨ ਵਾਸਾ ਨਾਮ ਹਰ, ਮਨ ਤਨ ਵਿੱਚ ਨਾਮ ਹਰੀ ਵਸ ਜਾਂਦਾ ਹੈ। ਫਿਰ ਉਹ
ਜਿਹੜੀ ਰਹੋ ਪੰਕਤੀਆਂ ਨੇ ਜਿੱਥੇ ਆਪਾਂ ਸ਼ੁਰੂ ਕੀਤਾ ਹੈ, ਫਿਰ ਉਹ ਨਿਤ ਨਿਤ ਸੇਵਦਾ ਹੈ, ਸਾਸ ਸਾਸ ਤੇ ਆਉਂਦਾ ਹੈ, ਤੇ ਫਿਰ ਮਨ ਰਾਮ ਦੇ ਗੁਣ ਗਾਉਂਦਾ ਹੈ। ਕਿਉਂਕਿ ਜਦ ਤੱਕ ਆਪਾਂ ਜਾਣਿਆ ਨਹੀਂ, ਆਪਾਂ ਉਹਦੇ ਬਾਰੇ ਕਹਿ ਨਹੀਂ ਸਕਦੇ। ਜੇ ਕਵਾਂਗੇ ਵਿਅਰਥ ਹੈ, ਜੇ ਦੇਖੇ ਹੀ ਨਹੀਂ। ਜੇ ਦੇਖ ਲਿਆ ਫਿਰ ਕਹਿੰਦੇ ਫਿਰ ਪ੍ਰਵਾਨ ਹੈ, ਬਿਨ ਦੇਖੇ ਗਾਵਾਂਗੇ ਵਿਅਰਥ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਅਦਿਸ਼ਟ ਦਿਸੇ ਤਾਂ ਕਹਿਆ ਜਾਏ, ਬਿਨ ਦੇਖੇ ਕਹਿਆ ਬਿਰਥਾ ਜਾਏ। ਅਗਲਾ ਸ਼ਬਦ ਫਿਰ ਗੌੜੀ ਰਾਗ ਦੇ ਵਿੱਚ ਹੀ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਸਨਾ ਜਪੀਐ ਏਕ ਨਾਮ, ਈਹਾ ਸੁਖ ਆਨੰਦ ਕਨਾ, ਆਗੈ ਜੀ ਕੈ ਸੰਗ ਕਾਮ। ਵੀ ਰਸਨਾ ਦੁਆਰਾ ਫਿਰ ਇੱਕ ਨਾਮ ਹੀ ਜਪਦਾ ਹੈ। ਪਰ ਕੌਣ ਜਪਦਾ ਹੈ? ਜਿਹੜਾ ਇੱਥੇ ਵੀ ਸੁਖ ਦੇ ਮਾਣਦਾ ਹੈ ਤੇ ਅੱਗੇ ਵੀ ਆਨੰਦ ਕਣਾ ਹੈ, ਫਿਰ ਜਾ ਕੇ ਉਸ ਦੇ ਨਾਮ ਨੂੰ ਜਪਿਆ ਜਾਂਦਾ ਹੈ। ਜਦ ਆਪ ਜੀਵ ਪਹਿਲਾਂ ਇਸ ਅਵਸਥਾ ਵਿੱਚ ਚਲੇ ਜਾਂਦਾ ਹੈ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਪ੍ਰਥਮੇ ਮਨ ਪ੍ਰਬੋਧੋ ਆਪਣਾ, ਪਾਛੈ ਅਵਰ ਰੀਝਾਵੈ। ਜਦ ਮਨ ਆਨੰਦ ਵਿੱਚ ਆ ਜਾਂਦਾ ਹੈ ਤੇ ਅੱਗੇ ਵੀ ਮਨ ਦੇ ਨਾਲ ਪ੍ਰਭੂ ਜਾਂਦਾ ਹੈ, ਅੱਗੇ ਵੀ ਸਾਡੇ ਨਾਲ ਚੱਲਣਾ ਹੈ, ਅੱਗੇ ਵੀ ਕੰਮ ਆਉਂਦਾ ਹੈ। ਫਿਰ ਉਹ ਰਸਨਾ ਦੁਆਰਾ ਉਹਨੂੰ ਜਾਣ ਕੇ ਫਿਰ ਉਸ ਦਾ ਗਿਆਨ, ਉਸ ਦੀ ਸੋਝੀ ਦਿੰਦਾ ਹੈ। ਫਿਰ ਰਸਨਾ ਦੁਆਰਾ ਉਸ ਨਾਮ ਦਾ ਵਰਣਨ ਕਰਦਾ ਹੈ। ਉਸ ਅਵਸਥਾ ਤੱਕ ਜਾਣ ਦਾ ਜਿਹੜਾ ਹੈ, ਇਹ ਫਿਰ ਸ਼ਬਦ ਦੇ ਵਿੱਚ ਹੀ ਸਾਨੂੰ ਸਮਝਾਇਆ ਜਾਂਦਾ ਹੈ। ਕੱਟੀਐ ਤੇਰਾ ਅਹੰ ਰੋਖ, ਤੂੰ ਗੁਰ ਪ੍ਰਸਾਦ ਕਰ ਰਾਜ ਜੋਖ। ਵੀ ਪਹਿਲਾਂ ਤੂੰ ਗੁਰ ਦਾ ਗਿਆਨ ਲੈ, ਫਿਰ ਪ੍ਰਭੂ ਦੇ ਨਾਲ ਜੁੜਨ ਦਾ ਰਾਜ ਨੂੰ ਮਾਣ। ਫਿਰ ਕੀ ਹੋਏਗਾ? ਜਦੋਂ ਗੁਰ ਦੇ ਪ੍ਰਸਾਦ ਦੁਆਰਾ ਤੂੰ ਉਸ ਦੇ ਨਾਲ ਜੁੜਨ ਦਾ ਯਤਨ ਕਰੇਗਾ, ਫਿਰ ਤੇਰਾ ਹਉਮੈ ਦਾ ਰੋਗ ਕੱਟਿਆ ਜਾਏਗਾ। ਕਿਉਂਕਿ ਕਿਸ ਨੇ ਕੱਟਣਾ ਹੈ? ਮਾਲਕ ਨੇ। ਕਿਸੇ ਬੰਦੇ ਨੇ ਤਾਂ ਕੱਟਣਾ ਨਹੀਂ, ਆਪਣੇ ਆਪ ਆਪਾਂ ਨਹੀਂ ਕਰ ਸਕਦੇ। ਕੱਟਣਾ ਕਿਸ ਨੇ ਹੈ? ਉਸ ਪ੍ਰਭੂ ਨੇ। ਉਸ ਦੇ ਵਾਸਤੇ ਗੁਰ ਦਾ ਗਿਆਨ ਲੈਣਾ ਪੈਂਦਾ ਹੈ। ਫਿਰ ਅਸੀਂ ਵਾਰ-ਵਾਰ ਜਦੋਂ ਧਿਆਉਂਦੇ ਹਾਂ, ਜਿਵੇਂ ਆਪਾਂ ਰੋਜ਼ ਅਖੀਰ 'ਤੇ ਅਭਿਆਸ ਕਰਦੇ ਹਾਂ, ਉਹਦੇ ਨਾਲ ਹੀ ਮਨ ਪ੍ਰਕਾਸ਼ ਹੋਣਾ ਹੈ ਤੇ ਹਉਮੈ ਖਤਮ ਹੁੰਦੀ ਹੈ। ਹਰ ਰਸ ਜਿਨ ਜਨ ਚਾਖਿਆ, ਫਿਰ ਜਿਹੜੇ ਉਸ ਦੇ ਨਾਲ ਰਾਜ ਜੋ ਕਰਦੇ ਨੇ, ਹਉਮੈ ਖਤਮ ਹੋ ਜਾਂਦੀ ਹੈ। ਫਿਰ ਹਰੀ ਦੇ ਰਸ ਨੂੰ ਪ੍ਰਾਪਤ, ਹਰੀ ਦਾ ਰਸ ਪ੍ਰਾਪਤ ਹੋ ਜਾਂਦਾ ਹੈ। ਫਿਰ ਜਿਹੜੇ ਹਰੀ ਦੇ ਰਸ ਨੂੰ ਚਖ ਲੈਂਦੇ ਨੇ, ਮਾਣ ਲੈਂਦੇ ਨੇ। ਚਖਣਾ ਕੀ ਹੁੰਦਾ ਹੈ? ਕਿ ਅਸੀਂ ਉਸ ਪ੍ਰਗਟ ਹੋ ਜਾਂਦਾ ਹੈ, ਅਸੀਂ ਉਸ ਦੇ ਆਨੰਦ ਨੂੰ ਮਾਣਦੇ ਹਾਂ। ਇਹ ਸਾਰਾ ਨੇਤਰਾਂ ਦਾ ਆਨੰਦ ਹੈ। ਕਿਉਂਕਿ ਇੱਥੇ ਕਿਤੇ ਜਿਵੇਂ ਆਪਾਂ ਕਹਿ ਲੈਂਦੇ ਵੀ ਰਸਨਾ ਦੁਆਰਾ ਚੱਖਦੇ ਹਾਂ, ਰਸਨਾ ਦੁਆਰਾ ਵੀ ਅਸੀਂ ਸਿਫਤ ਸਲਾਹ ਕਰਦੇ ਹਾਂ, ਲੇਕਿਨ ਇਹ ਨਹੀਂ ਕੋਈ ਜਿਵੇਂ ਸੰਸਾਰੀ ਆਪਾਂ ਭੋਜਨਾਂ ਨੂੰ ਚੱਖਦੇ ਹਾਂ, ਉੱਦਾਂ ਦਾ ਨਹੀਂ ਹੈ। ਕਿਉਂਕਿ ਇਹ ਮਨ ਦੇ ਵਾਸਤੇ ਹੈ। ਜਿਨ੍ਹਾਂ ਦਾ ਮਨ ਉਸ ਦੇ ਰਸ ਨੂੰ ਮਾਣਦਾ ਹੈ, ਪ੍ਰਕਾਸ਼ ਨੂੰ ਜਾਣਦਾ ਹੈ, ਪ੍ਰਕਾਸ਼ ਨੂੰ ਦੇਖਦਾ ਹੈ, ਇਸ ਨੂੰ ਮਹਾਰਾਜ ਸਮਝਾਉਂਦੇ ਨੇ, ਬਿਸਮਨ ਬਿਸਮ ਪੈ ਬਿਸਮਾਦ, ਜਿਨ ਬੁਝਿਆ ਤਿਸ ਆਇਆ ਸਵਾਦ। ਪ੍ਰਭ ਕੇ ਰੰਗ ਰਾਜ ਜਨ ਰਹੇ, ਗੁਰ ਕੇ ਬਚਨ ਪਦਾਰਥ ਲਹੇ। ਉਹ ਦਾਤ ਦੁਖ ਕਾਟਣ ਹਾਰ, ਜਾ ਕੇ ਸੰਗ ਤਰੈ ਸੰਸਾਰ। ਜਨ ਕਾ ਸੇਵਕ ਜੋ ਸੋ ਬੜ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਇਹ ਸਾਰਾ ਜਿਹੜਾ ਖੇਡ ਹੈ,
ਜਦੋਂ ਅਸੀਂ ਗੁਰ ਦਾ ਗਿਆਨ ਲੈ ਕੇ ਕਰਦੇ ਹਾਂ ਫਿਰ ਸਾਨੂੰ ਪ੍ਰਗਟ ਹੋ ਜਾਂਦਾ ਹੈ, ਮਨ ਤ੍ਰਿਪਤ ਹੋ ਜਾਂਦਾ ਹੈ ਦੇਖ ਕੇ। ਤਾਂ ਕਿ ਤ੍ਰਿਸ਼ਨਾ ਲਾਥੀਆਂ, ਫਿਰ ਉਹਦੀ ਜਿਹੜੀ ਤ੍ਰਿਸ਼ਨਾ ਹੈ ਮਨ ਦੀ ਖਤਮ ਹੋ ਜਾਂਦੀ ਹੈ। ਤ੍ਰਿਸ਼ਨਾ ਕੀ ਹੈ? ਮਨ ਦੀਆਂ ਤ੍ਰਿਸ਼ਨਾਵਾਂ, ਕਿਉਂਕਿ ਸਰੀਰਕ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ। ਜੇ ਭੁੱਖ ਲੱਗੀ ਹੈ, ਭੋਜਨ ਖਾ ਕੇ ਸਰੀਰ ਤਾਂ ਤ੍ਰਿਪਤ ਹੋ ਜਾਂਦਾ ਹੈ, ਲੇਕਿਨ ਮਨ ਤ੍ਰਿਪਤ ਨਹੀਂ ਹੁੰਦਾ। ਇਸ ਕਰਕੇ ਮਨ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਨਾਮ ਦੁਆਰਾ ਖਤਮ ਹੁੰਦੀ ਹੈ। ਤੇ ਫਿਰ ਜਿਹੜੇ ਹਰੀ ਦੇ ਰਸ ਨੂੰ ਮਾਣਦੇ ਨੇ ਉਹਨਾਂ ਦੇ ਮਨ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਹਰ ਬਿਸਰਾਮ ਨਿਦ ਪਾਇਆ, ਸੋ ਬਹੁਰ ਨ ਕਤਹਿ ਤਾਇਆ। ਜਿਸ ਮਨ ਨੇ ਫਿਰ ਵਿਸਰਾਮ ਕਿੱਥੇ ਕਰ ਲਿਆ? ਨਾਮ ਦੇ ਵਿੱਚ। ਹਰੀ ਦੇ ਨਾਮ ਦਾ ਜਿੱਥੇ ਖਜ਼ਾਨਾ ਹੈ ਉੱਥੇ ਪ੍ਰਕਾਸ਼ ਦੇ ਵਿੱਚ ਜਦੋਂ ਮਨ ਵਿਸਰਾਮ ਕਰ ਲੈਂਦਾ ਹੈ, ਸਮਾਉਂਦਾ ਹੈ, ਫਿਰ ਉਹ ਹੋਰ ਪਾਸੇ ਨਹੀਂ ਕਿਤੇ ਜਾਂਦਾ। ਸੋ ਬਹੁਰ ਨ ਕਤਹਿ ਤਾਇਆ, ਕਿਉਂਕਿ ਫਿਰ ਸਾਰੇ ਪਾਸੇ ਨਾਮ ਹੈ, ਨਾਮ ਹੀ ਨਾਮ ਹੈ, ਉਸ ਦੇ ਵਿੱਚ ਹੀ ਅਸੀਂ ਰਹਿੰਦੇ ਹਾਂ। ਫਿਰ ਮਨ ਦਾ ਤਾਬਨਾ ਖਤਮ ਹੋ ਜਾਂਦਾ ਹੈ। ਹਰ ਹਰ ਨਾਮ ਜਾ ਕੋ ਗੁਰ ਦੀਆ, ਇਹ ਜਿਹੜਾ ਗੁਰ ਹੈ ਨਾਮ ਹਰੀ ਦਾ, ਜਿਸ ਨੂੰ ਆਪ ਮਾਲਕ ਦਿੰਦਾ ਹੈ, ਕਿਰਪਾ ਕਰਦਾ ਹੈ, ਨਾਨਕ ਤਾ ਕੋ ਭਉ ਗਿਆ। ਉਹਨਾਂ ਦਾ ਭੈ ਖਤਮ ਹੋ ਜਾਂਦਾ ਹੈ, ਡਰ ਖਤਮ ਹੋ ਜਾਂਦਾ ਹੈ, ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਉਹ ਫਿਰ ਇੱਥੇ ਸੁੱਖ ਕਮਾਉਂਦੇ ਨੇ, ਕਿਉਂਕਿ ਉਹ ਧਨ ਪ੍ਰਾਪਤ ਹੋ ਜਾਂਦਾ ਜਿਹੜਾ ਇੱਥੇ ਵੀ ਆਪਾਂ ਵਰਤਦੇ ਤੇ ਅੱਗੇ ਵੀ ਸਾਡੇ ਨਾਲ ਜਾਣਾ ਹੈ ਜਿਸ ਨੇ। ਫਿਰ ਉਹ ਰਸਨਾ ਦੁਆਰਾ ਉਸ ਦਾ ਗਿਆਨ ਦਿੰਦਾ ਹੈ, ਕਿਉਂਕਿ ਪਹਿਲਾਂ ਜਾਣ ਲਿਆ, ਹਉਮੈ ਕੱਟੀ ਗਈ, ਭੈ ਖਤਮ ਹੋਇਆ, ਸਾਰਾ ਕੁਛ ਤਿਆਗ ਕੇ ਉਸਨੂੰ ਫਿਰ ਦੂਜੇ ਜੀਵਾਂ ਨੂੰ ਉਸ ਦਾ ਗਿਆਨ ਦਿੰਦਾ ਹੈ, ਫਿਰ ਉਸ ਦੇ ਗੁਣ ਗਾਉਂਦਾ ਹੈ। ਰਸਨਾ ਦੁਆਰਾ ਉਸ ਦੀ ਸਿਫਤ ਸਲਾਹ, ਉਸ ਨਾਮ ਦਾ ਭੇਤ ਦਿੰਦਾ ਹੈ। ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਜਾ ਕੋ ਬਿਸਰੈ ਰਾਮ ਨਾਮ, ਤਾਹੂ ਕੋ ਪੀਰ। ਸਾਧ ਸੰਗਤ ਮਿਲ ਹਰ ਰਵੈ, ਸੇ ਗੁਣੀ ਗਹੀਰ। ਹੁਣ ਇੱਥੇ ਦੋ ਜੀਵਾਂ ਦਾ ਵਰਣਨ ਕਰ ਦਿੱਤਾ ਹੈ ਵੀ ਜਿਹੜੇ ਤਾਂ ਸਾਧੂ ਜਨਾਂ ਦੀ ਸੰਗਤ ਵਿੱਚ, ਸਾਧ ਸੰਗਤ ਵਿੱਚ ਮਿਲ ਕੇ ਹਰੀ ਦੇ ਨੂੰ ਰੱਬਦੇ ਨੇ, ਹਰੀ ਦੇ ਆਨੰਦ ਨੂੰ ਮਾਣਦੇ ਨੇ, ਉਹ ਗੁਣਾਂ ਦੇ ਖਜ਼ਾਨੇ ਨੇ। ਉਹਨਾਂ ਕੋਲ ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦੇ ਮਾਲਕ ਨੇ। ਤੇ ਜਿਨ੍ਹਾਂ ਨੂੰ ਵਿਸਰ ਜਾਂਦਾ ਹੈ ਉਹਨਾਂ ਨੂੰ ਦੁੱਖ ਪ੍ਰਾਪਤ ਹੁੰਦਾ, ਉਹਨਾਂ ਨੂੰ ਜਨਮ ਮਰਨ ਦਾ ਦੁੱਖ ਲੱਗਦਾ ਹੈ, ਉਹਨਾਂ ਨੂੰ ਦਰਦ ਹੁੰਦਾ ਹੈ, ਪੀੜ ਹੁੰਦੀ ਹੈ। ਜਾ ਕੋ ਬਿਸਰੈ ਰਾਮ ਨਾਮ, ਤਾਹੂ ਕੋ ਪੀਰ। ਜਿਹਨੂੰ ਵਿਸਰ ਜਾਂਦਾ ਰਾਮ ਨਾਮ, ਉਸ ਨੂੰ ਫਿਰ ਦੁੱਖ ਹੁੰਦਾ ਹੈ, ਦੁੱਖ ਘੇਰਦੇ ਨੇ। ਤੇ ਜਿਹੜੇ ਸਾਧ ਸੰਗਤ ਮਿਲ ਕੇ ਉਸ ਨੂੰ ਰੱਬਦੇ ਨੇ ਤੇ ਉਹਨਾਂ ਦਾ ਉਹਨਾਂ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ ਤੇ ਉਹ ਆਨੰਦ ਕਰਦੇ ਨੇ। ਇਹ ਰਹਾ ਪੰਕਤੀਆਂ ਨੇ। ਜਾ ਕੋ ਗੁਰਮੁਖ ਹਿਰਦੈ ਬੁੱਧ, ਤਾ ਕੈ ਘਰ ਤਲ ਨਾਮ ਨਿਧ ਸਿਧ। ਵੀ ਜਿਹਦੇ ਹਿਰਦੇ ਦੇ ਵਿੱਚ ਮਾਲਕ ਬੁੱਧ ਬਖਸ਼ਿਸ਼ ਕਰ ਦਿੰਦਾ ਹੈ। ਦੋ ਤਰ੍ਹਾਂ ਦੀ ਬੁੱਧ ਹੈ, ਇੱਕ ਸੰਸਾਰਿਕ ਬੁੱਧ ਹੈ, ਇੱਕ ਨਿਰੰਕਾਰ ਦੀ ਬੁੱਧ ਹੈ, ਜਿਸ ਨੂੰ ਵਿਵੇਕ ਬੁੱਧ ਕਿਹਾ ਹੈ। ਇੱਕ ਵੇਖ ਹੁੰਦੀ ਹੈ, ਇੱਕ ਵਿਵੇਕ। ਇਹ ਵਿਵੇਕ ਬੁੱਧ ਜਦੋਂ ਜਿਨ੍ਹਾਂ ਗੁਰਮੁਖਾਂ ਤੋਂ ਕਿਰਪਾ ਕਰਦਾ, ਹਿਰਦੇ 'ਚ ਇਹ ਬੁੱਧ ਦੇ ਦਿੰਦਾ ਹੈ, ਫਿਰ ਉਹਨਾਂ ਦੇ ਤਾਕੇ ਕਰ ਤਲ ਨਵ ਨਿਧ ਸਿਧ। ਫਿਰ ਮਾਲਕ ਉਹਨਾਂ ਦੇ ਹੱਥਾਂ ਤੇ ਤਲੀ ਤੇ ਇਹ ਖਜ਼ਾਨਾ ਰੱਖ ਦਿੰਦਾ ਹੈ, ਨਾਮ ਦਾ
ਖਜ਼ਾਨਾ ਬਖਸ਼ਿਸ਼ ਕਰ ਦਿੰਦਾ ਹੈ ਕਿ ਹੁਣ ਤੁਸੀਂ ਜੀਵਾਂ ਨੂੰ ਅੱਗੇ ਇਹ ਗਿਆਨ ਦੇਵੋ। ਜੋ ਜਾਣੈ ਹਰ ਪ੍ਰਭ ਧਨੀ, ਜੋ ਉਸ ਪ੍ਰਭੂ ਨੂੰ, ਹਰੀ ਨੂੰ, ਜਿਹੜਾ ਸਾਰਾ ਸੰਸਾਰ ਦਾ ਮਾਲਕ ਹੈ, ਜਿਹੜਾ ਧਨੀ ਹੈ, ਜੋ ਉਸ ਨੂੰ ਜਾਣ ਲੈਂਦਾ ਹੈ, ਕਿਛ ਨਾਹੀਂ ਤਾਕੈ ਕਮੀ, ਫਿਰ ਉਸ ਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਕਿਉਂਕਿ ਉਸ ਪ੍ਰਭੂ ਜੋ ਸਰਵੰਤ ਹੈ ਉਸ ਨੂੰ ਜਾਣ ਲਿਆ ਤੇ ਉਸੇ ਨੇ ਉਹ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਉਹੀ ਬੁੱਧ ਦੇਣ ਵਾਲਾ ਹੈ, ਫਿਰ ਉਸ ਨੂੰ ਕੋਈ ਕਮੀ ਨਹੀਂ ਹੈ। ਉਸ ਦੇ ਕੋਲ ਖਜ਼ਾਨਾ, ਅਤੁੱਟ ਖਜ਼ਾਨਾ ਮਾਲਕ ਉਸ ਨੂੰ ਦੇ ਦਿੰਦਾ ਹੈ ਕਿ ਜਿੰਨਾ ਮਰਜ਼ੀ ਖਾਵੋ ਖਰਚੋ, ਤੋਟ ਨਹੀਂ ਆਉਂਦੀ। ਖਾਵੋ ਖਰਚਾ, ਖਾਵੈ ਖਰਚਾ ਰਲ ਮਿਲ ਭਾਈ, ਤੋਟ ਨ ਆਵੈ ਬਦ ਦੋ ਜਾਈ। ਤਿੱਚਰ ਮੂਲ ਨ ਥੋੜੀ ਦੋ, ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਜਿੰਨਾ ਖਾਈ ਜਾਓ, ਖਰਚੀ ਜਾਓ, ਤੋਟ ਨਹੀਂ ਆਉਂਦੀ। ਜਿਨ੍ਹਾਂ ਨੂੰ ਇਹ ਖਜ਼ਾਨਾ ਬਖਸ਼ਿਸ਼ ਕਰ ਦਿੰਦਾ ਹੈ। ਖਾਤ ਖਰਚਤ ਬਿਲਸ਼ਤ ਰਹੇ, ਟੂਟ ਨ ਜਾਹੇ ਭੰਡਾਰ, ਹਰ ਹਰ ਜਪਤ ਅਨੇਕ ਜਨ, ਨਾਨਕ ਨਾਹੇ ਸ਼ੁਮਾਰ। ਉਹਨਾਂ ਕੋਲ ਤੋਟ ਨਹੀਂ ਆਉਂਦੀ ਇਸ ਭੰਡਾਰ ਦੀ, ਜਿਨ੍ਹਾਂ ਨੂੰ ਆਪ ਮਾਲਕ ਦਿੰਦਾ ਹੈ। ਕਿਛ ਨਾਹੀਂ ਤਾਕੈ ਕਮੀ, ਕਰਨਾ ਹਾਰ ਪਛਾਨਿਆ, ਸਰਬ ਸੂਖ ਰੰਗ ਮਾਣਿਆ। ਕਿਉਂਕਿ ਉਸ ਕਰਨਹਾਰ ਪ੍ਰਭੂ ਨੂੰ ਪਹਿਚਾਣ ਲਿਆ ਹੈ, ਜਾਣ ਲਿਆ ਹੈ, ਤੇ ਉਸ ਦੇ ਸੁੱਖਾਂ ਨੂੰ, ਉਸ ਦੇ ਰੰਗ ਨੂੰ ਮਾਣਿਆ ਹੈ। ਉਹੀ ਫਿਰ ਸਾਨੂੰ ਇਹ ਖਜ਼ਾਨਾ ਬਖਸ਼ਣ ਵਾਲਾ ਹੈ। ਹਰ ਧਨ ਜਾ ਕੇ ਗ੍ਰਹਿ ਵਸੈ, ਕਹੋ ਨਾਨਕ ਤਿਨ ਸੰਗ ਦੁੱਖ ਨਸੈ। ਜਿਹੜਾ ਹਰੀ ਦਾ ਧਨ ਹੈ, ਜਿਹਦੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ, ਜਿਹਦੇ ਘਰ ਵਿੱਚ ਵਸ ਜਾਂਦਾ ਹੈ, ਉਹਨਾਂ ਦਾ ਸੰਗ ਕਰਕੇ ਇਹ ਸਾਡਾ ਜਨਮ ਮਰਨ ਦਾ ਦੁੱਖ ਖਤਮ ਹੋ ਜਾਂਦਾ ਹੈ। ਕਹੋ ਨਾਨਕ ਤਿਨ ਸੰਗ ਦੁੱਖ ਨਸੈ। ਕਿਉਂਕਿ ਉਹਨਾਂ ਕੋਲੋਂ ਫਿਰ ਆਪਾਂ ਨੂੰ ਗਿਆਨ ਮਿਲਦਾ ਹੈ, ਗੁਰ ਮਿਲਦਾ ਹੈ। ਗੁਰ ਲੈ ਕੇ ਮਨ ਇੱਕ ਦ੍ਰਿਸ਼ਟ ਹੋ ਕੇ ਉਸ ਨੂੰ ਦੇਖਦਾ ਹੈ, ਜਾਣਦਾ ਹੈ, ਨਾਮ ਨੂੰ ਬੁੱਝਦਾ ਹੈ, ਸਮਾਉਂਦਾ ਹੈ, ਤੇ ਫਿਰ ਸਾਡਾ ਜਨਮ ਮਰਨ ਦਾ ਜਿਹੜਾ ਦੁੱਖ ਹੈ, ਵਿਛੋੜੇ ਦਾ ਦੁੱਖ ਹੈ, ਉਹ ਖਤਮ ਹੋ ਜਾਂਦਾ ਹੈ ਤੇ ਸਾਡਾ ਜਨਮ ਸਫਲ ਹੋ ਜਾਂਦਾ ਹੈ। ਅਸੀਂ ਆਪਣੇ ਜੀਵਨ ਦਾ ਲਾਹ ਖੱਟ ਲੈਂਦੇ ਹਾਂ। ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਹੀ, ਮਹੱਲੇ ਪੰਜਵੇਂ ਦਾ। ਗਰਭ ਬੜੋ ਮੂਲ ਇਤਨੋ, ਰਹਿਨ ਨਹੀਂ ਗਹੁ ਕਿਤਨੋ। ਹੁਣ ਸਮਝਾਉਂਦੇ ਨੇ ਕਿ ਜਿਹੜੇ ਸੰਸਾਰਿਕ ਜੀਵ ਨੇ, ਜਿਨ੍ਹਾਂ ਨੂੰ ਆਪਾਂ ਮਨਮੁਖ ਜੀਵ ਕਹਿ ਦਿੰਦੇ ਹਾਂ, ਜਾਂ ਸਾਡੀ ਜਿਹੜੀ ਪਹਿਲੀ ਅਵਸਥਾ ਹੁੰਦੀ ਹੈ, ਦੋ ਤਰ੍ਹਾਂ ਦੀ ਅਵਸਥਾ ਬਿਆਨ ਹੈ, ਇੱਕ ਮਨਮੁਖ ਦੀ ਤੇ ਇੱਕ ਸਨਮੁਖ ਦੀ। ਚਾਰ ਨੇ ਵੈਸੇ, ਇੱਕ ਗੁਰਮੁਖ, ਇੱਕ ਬੇਮੁਖ। ਮਨਮੁਖ ਜਿਸ ਨੂੰ ਕੋਈ ਗਿਆਨ ਨਹੀਂ ਹੈ, ਜੋ ਆਪਣੀ ਮਤ ਨਾਲ ਚੱਲਦਾ ਹੈ। ਗੁਰਮੁਖ ਜਿਸ ਨੂੰ ਪਰਮੇਸ਼ਰ ਗਿਆਨ ਕਰਵਾ ਦਿੰਦਾ ਹੈ, ਆਪ ਗਿਆਨ ਕਰਵਾਉਂਦਾ ਹੈ, ਜਿਸ ਨੂੰ ਆਪਣੀ ਸੋਝੀ ਆਪ ਦਿੰਦਾ, ਜਿਸ ਨੂੰ ਆਪਾ ਬੁਝਾਉਂਦਾ ਹੈ। ਤੇ ਸਨਮੁਖ ਜਿਹੜਾ ਮਨਮੁਖ ਜੀਵ ਗੁਰਮੁਖ ਦਾ ਸੰਗ ਕਰਕੇ ਗਿਆਨ ਲੈ ਕੇ ਬਾਲਕ ਦੇ ਸਨਮੁਖ ਹੋ ਜਾਂਦਾ ਹੈ, ਉਸ ਨੂੰ ਸਨਮੁਖ ਕਹਿ ਦਿੰਦੇ ਹਾਂ। ਜੇ ਕੋਈ ਜੀਵ ਗੁਰਮੁਖਾਂ ਤੋਂ ਗਿਆਨ ਲੈ ਕੇ ਸਨਮੁਖ ਹੋਣ ਤੋਂ ਬਾਅਦ ਫਿਰ ਗੁਰ ਨੂੰ ਛੱਡ ਦਿੰਦਾ ਹੈ, ਫਿਰ ਗੁਰ ਤੇ ਬੇਮੁਖ ਹੋ ਜਾਂਦਾ ਹੈ, ਉਸ ਨੂੰ ਬੇਮੁਖ ਕਹਿੰਦੇ ਨੇ। ਇੱਥੇ ਜਿਹੜਾ ਕਿਹਨਾਂ ਦੀ ਗੱਲ ਕੀਤੀ ਹੈ, ਜਿਹੜੇ ਮਨਮੁਖ ਲੋਕ ਨੇ।
ਜਿਹੜੀ ਪਹਿਲੀ ਅਵਸਥਾ ਹੈ। ਗਰਭ ਬੜੋ ਮੂਲ ਇਤਨੋ, ਇੱਥੇ ਜਿਹੜੀ ਅਵਸਥਾ ਵੀ ਬਿਆਨ ਕਰਦਾ ਹੈ ਜੀਵ, ਜ਼ਿਆਦਾਤਰ ਆਪਣੀ ਹੀ ਬਿਆਨ ਕਰਦਾ ਹੈ ਕਿ ਪਹਿਲੀ ਅਵਸਥਾ ਫਿਰ ਗੁਰ ਦਾ ਸੰਗ ਗਿਆਨ ਲੈਣ ਤੋਂ ਬਾਅਦ ਦੀ ਅਵਸਥਾ। ਗਰਭ ਬੜੋ ਮੂਲ ਇਤਨੋ, ਰਹਿਨ ਨਹੀਂ ਗੋ ਕਿਤਨੋ। ਵੀ ਐਡਾ ਵੱਡਾ ਅਸੀਂ ਹੰਕਾਰ ਕਰਦੇ ਸੀ ਇੱਥੇ ਆਪਣੇ ਸਰੀਰ ਦਾ, ਸੰਸਾਰਕ ਸਰੀਰ ਹੈ ਜਿਹੜਾ ਇਸਦਾ, ਜਿਹੜਾ ਕਿ ਰਹਿ ਨਹੀਂ ਸਕਦਾ। ਨਾਸਵਾਨ ਦਾ ਹੰਕਾਰ ਮਨ ਕਰਦਾ ਹੈ। ਪਹਿਲਾਂ ਕਿਵੇਂ ਵਿਚਰਦਾ ਹੈ? ਬੇਵਰਜਤ ਵੇਦ ਸੰਤਨਾ, ਵਾਹੂ ਸਿਉਰਾ ਸਿਉਰੇ ਹਿਤਨੋ। ਵੀ ਜਿੱਤੋਂ ਸਾਨੂੰ ਵਿਵਰਜਿਤ ਕਰਦੇ ਨੇ, ਵਿਵਰਜਿਤ ਹੁੰਦਾ ਹੈ ਕਿ ਜੋ ਸਾਨੂੰ ਕਰਨ ਤੋਂ ਮਨਾ ਕਰਦਾ ਹੈ, ਚਾਹੇ ਵੇਦ ਨੇ, ਚਾਹੇ ਸ਼ਸਤਰ ਨੇ, ਚਾਹੇ ਸੰਤ ਨੇ, ਵੀ ਆਹ ਕਰਮ ਤੁਹਾਡੇ ਵਾਸਤੇ ਚੰਗਾ ਹੈ, ਇਹ ਮਾੜਾ ਹੈ, ਇਹ ਤੁਸੀਂ ਨਹੀਂ ਕਰਨਾ। ਤੇ ਮਨਮੁਖ ਜੀਵ ਉਹ ਕਰਦਾ ਹੈ, ਉਹਦੇ ਨਾਲ ਪਿਆਰ ਪਾਉਂਦਾ ਹੈ ਜੋ ਵਿਵਰਜਿਤ ਹੈ। ਜੋ ਕਰਨਾ ਉਹ ਨਹੀਂ ਕਰਦਾ, ਉਹ ਕਰਦਾ ਜੋ ਵਿਵਰਜਿਤ ਹੈ। ਬੇਵਰਜਿਤ ਵੇਦ ਸੰਤਨਾ, ਵਾਹੂ ਸਿਉਰੇ ਹਿਤਨੋ, ਕਹਿੰਦੇ ਉਹਦੇ ਨਾਲ ਹੀ ਇਹਦਾ ਹਿਤ ਹੈ, ਪਿਆਰ ਹੈ। ਹਾਰ ਜੁਆਰ ਜੂਆ ਵਿਦੈ, ਇੰਦਰੀ ਵਸ ਲੈ ਜਿਤਨੋ। ਤੇ ਇਹ ਜਿਹੜੀ ਇੰਦਰੀ ਹੈ ਉਸ ਦੇ ਵਸ ਹੋ ਜਾਂਦੀ ਹੈ ਜਿਹਦੇ ਵਿੱਚ ਹਾਰ ਹੈ। ਜੂਆ ਖੇਡਦਾ ਕਿਉਂਕਿ ਆਪਣੀ ਮੱਤ ਦੁਆਰਾ ਜਿਹੜਾ ਜੀਵ ਚੱਲਦਾ ਹੈ ਉਹ ਆਪਣੇ ਜਨਮ ਨੂੰ ਜੂਏ ਦੇ ਵਿੱਚ ਹਾਰ ਜਾਂਦਾ ਹੈ। ਹਾਰ ਜੁਆਰ ਜੂਆ ਵਿਦੈ, ਵੀ ਜਿਵੇਂ ਇੱਕ ਜੁਆਰੀ ਜੂਏ ਦੇ ਵਿੱਚ ਹਾਰ ਜਾਂਦਾ ਹੈ, ਉਵੇਂ ਹੀ ਸਾਡੀ ਜਿਹੜੀ ਮਨ ਹੈ ਉਹ ਪੰਜਾਂ ਦੇ ਵਸ ਹੋਣ ਕਰਕੇ ਹਾਰ ਜਾਂਦੀ ਹੈ। ਉਹ ਉਹਨਾਂ ਦੇ ਵਸ ਪਈ ਰਹਿੰਦੀ ਹੈ। ਹਰਨ ਪਰਨ ਸੰਪੂਰਨਾ, ਚਰਨ ਕਮਲ ਰੰਗ ਰਿਤਨੋ। ਤੇ ਫਿਰ ਪ੍ਰਭੂ ਹੈ ਜੋ ਉਹਦੇ ਸੰਤ ਜਨ ਨੇ, ਉਹਨਾਂ ਦੁਆਰਾ ਪ੍ਰਭੂ ਫਿਰ ਸਾਨੂੰ ਗਿਆਨ ਦਿੰਦਾ ਹੈ, ਆਪਣੇ ਰੰਗ ਦੇ ਵਿੱਚ ਰਤ ਲੈਂਦਾ ਹੈ ਜਦੋਂ ਅਸੀਂ ਉਹਨਾਂ ਦਾ ਸੰਗ ਕਰਦੇ ਹਾਂ। ਨਾਨਕ ਉਦਰੇ ਸਾਧ ਸੰਗ, ਕਿਰਪਾ ਨਿਧ ਮੈਂ ਦਿਤਨੋ। ਤੇ ਜੇ ਸਾਧੂ ਜਨਾਂ ਦਾ ਸੰਗ ਕਰ ਲੈਂਦਾ ਹੈ ਉਹੀ ਜੀਵ ਫਿਰ, ਤੇ ਫਿਰ ਕੀ ਹੁੰਦਾ ਕਿ ਉਹਨਾਂ ਨੂੰ ਸਾਧੂ ਜਨ ਗੁਰ ਦਾ ਗਿਆਨ ਦਿੰਦੇ ਨੇ, ਨਾਮ ਦੀ ਸੋਝੀ ਦਿੰਦੇ ਨੇ। ਉਹਦੇ ਨਾਲ ਫਿਰ ਕੀ ਹੁੰਦਾ ਕਿ ਮਨ ਸੰਪੂਰਨ ਹੋ ਜਾਂਦਾ ਹੈ, ਚਰਨ ਕਮਲਾਂ ਦੇ ਰੰਗ, ਪ੍ਰਭੂ ਦੇ ਚਰਨ ਕਮਲਾਂ ਦੇ ਵਿੱਚ ਜੁੜ ਜਾਂਦਾ ਹੈ, ਮਨ ਨੂੰ ਉਹਦੇ ਰੰਗ ਦੇ ਵਿੱਚ ਰਤ ਲੈਂਦਾ ਹੈ। ਕਿਉਂਕਿ ਜਿਸਨੂੰ ਆਪਾਂ ਹਰਨ ਭਰਨ ਸੰਪੂਰਨਾ, ਹਰਨ ਭਰਨ ਕੀ ਹੈ? ਜਿਹੜਾ ਸਾਡੇ ਮਨ ਨੂੰ ਗਿਆਨ ਦੁਆਰਾ ਪੂਰਨ ਕਰ ਦਿੰਦਾ ਹੈ, ਜੋ ਕਿ ਪ੍ਰਭੂ ਦੇ ਕੋਲ ਹੈ, ਜਿਹੜਾ ਸਾਡੇ ਨੇਤਰਾਂ ਦਾ ਭਰਮ ਦੂਰ ਕਰ ਦਿੰਦਾ ਹੈ, ਜਿਸਨੂੰ ਆਪਾਂ ਪੜ੍ਹਦੇ ਹਾਂ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾਕੈ, ਸਰਬ ਥੋਕ ਸੁਣੀਐ ਕਰ ਤਾਕੈ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਗ੍ਰਸਤ ਮੈਂ ਭੋਗੀ। ਸ਼ਬਦ ਭੁੱਲ ਗਿਆ ਵਿੱਚ, ਕਿ ਇੱਦਾਂ ਜੀਵ ਹੈ ਜਿਹੜਾ ਤੇ ਉਹ ਫਿਰ ਸਾਨੂੰ ਗਿਆਨ ਦਿੰਦੇ ਹਨ। ਉਹ ਫਿਰ ਹਰਨ ਭਰਨ ਜਿਹੜਾ ਉਹ ਨੇਤਰਾਂ ਦਾ ਗਿਆਨ ਹੈ ਜਿਹਦੇ ਦੁਆਰਾ ਭਰਮ ਦੂਰ ਹੋ ਜਾਂਦਾ ਹੈ। ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤ
ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ। ਆਪਾਂ ਅੰਤ ਤਾਂ ਨਹੀਂ ਪਾ ਸਕਦੇ ਉਸ ਪ੍ਰਭੂ ਦਾ, ਪਰ ਉਸ ਨੂੰ ਧਿਆ ਕੇ ਸੁਖ ਪ੍ਰਾਪਤ ਕਰਦੇ ਹਾਂ। ਉਹ ਆਪ ਸਾਨੂੰ ਗਿਆਨ ਦਿੰਦਾ ਹੈ, ਕਿਉਂਕਿ ਹੋਰ ਦੂਜਾ ਉਸ ਨੂੰ ਨਹੀਂ ਜਾਣਦਾ। ਪਰ ਦਿੰਦਾ ਕਿਵੇਂ ਹੈ? ਸਾਧੂ ਜਨਾਂ ਦੁਆਰਾ। ਆਪ ਹਰਨ ਭਰਨ ਸੰਪੂਰਨਾ, ਚਮਲ ਚਰਨ ਕਮਲ ਰੰਗ ਰਿਤਨੋ, ਨਾਨਕ ਉਦਰੈ ਸਾਧ ਸੰਗ ਕਿਰਪਾ ਨਿਦਮੈ ਦਿਤਨੋ। ਵੀ ਐਸੇ ਜਨ ਜਿਹੜੇ ਉਸ ਨੂੰ ਮਿਲੇ ਨੇ, ਜਿਹੜੇ ਸੰਪੂਰਨ ਕੀਤੇ ਨੇ, ਜਿਹੜੇ ਉਸ ਪ੍ਰਭੂ ਦੇ ਚਰਨ ਕਮਲਾਂ ਦੇ ਰੰਗ ਵਿੱਚ ਰੱਤੇ ਨੇ, ਉਹਨਾਂ ਦਾ ਸੰਗ ਕਰਕੇ ਨਾਨਕ ਉਦਰੇ ਸਾਧ ਸੰਗ ਕਿਰਪਾ ਨਿਦਮੈ ਦਿਤਨੋ। ਉਹਨਾਂ ਦੁਆਰਾ ਫਿਰ ਪ੍ਰਭੂ ਆਪ ਇਹ ਸਾਨੂੰ ਨਾਮ ਦਾ ਸੋਝੀ ਦਿੰਦਾ ਹੈ। ਫਿਰ ਜਾ ਕੇ ਜੀਵ ਹੈ ਉਸ ਪ੍ਰਭੂ ਦੇ ਆਪਣੇ ਜਨਮ ਨੂੰ ਸਫਲ ਕਰ ਲੈਂਦਾ ਹੈ। ਨਹੀਂ ਤਾਂ ਆਪਣੀ ਮਤ ਦੁਆਰਾ ਚੱਲਦਾ ਹੈ। ਉਹ ਕਰਦਾ ਹੈ ਜਿਹੜਾ ਸਾਨੂੰ ਵੇਦ ਸ਼ਸਤਰ ਕਰਨ ਤੋਂ ਮਨਾ ਕਰਦੇ ਨੇ। ਜਿਵੇਂ ਅੱਜ ਸੰਸਾਰ ਦੇ ਵਿੱਚ ਅੱਜ ਆਪਾਂ ਨੂੰ ਗੁਰਬਾਣੀ ਕਹਿ ਰਹੀ ਹੈ ਕਿ ਕਲਯੁਗ ਹੈ। ਕਲਯੁਗ ਦੇ ਵਿੱਚ ਕਿਸੇ ਵੀ ਕਰਮ ਦਾ ਫਲ ਨਹੀਂ ਮਿਲਣਾ, ਸਿਰਫ ਨਾਮ ਧਿਆਉਣ ਦਾ ਫਲ ਹੈ। ਹਰ ਯੁੱਗ ਦਾ ਆਪਣਾ ਆਪਣਾ ਧਰਮ ਹੈ, ਲੇਕਿਨ ਜਿਹੜਾ ਕਲਯੁਗ ਹੈ ਇਸ ਦੇ ਵਿੱਚ ਸਿਰਫ ਨਾਮ। ਅਬ ਕਲੂ ਆਇਓ ਰੇ ਨਾਮ ਬੋਵੋ ਬੋਵੋ। ਵੀ ਕਲਯੁਗ ਹੈ, ਨਾਮ ਦੇ ਬੀਜ ਨੂੰ ਬੀਜੋ, ਨਾਮ ਦਾ ਬੀਜ ਉੱਗੇਗਾ, ਨਾਮ ਦਾ ਫਲ ਸਾਨੂੰ ਪ੍ਰਾਪਤ ਹੋਏਗਾ। ਸੋ ਆਓ ਹੁਣ ਆਪਾਂ ਨਾਲ ਨਾਲ ਅਭਿਆਸ ਕਰੀਏ, ਤਾਂ ਕਿ ਜੋ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਕੇ ਜੋ ਸਾਨੂੰ ਭਰਮ ਹੈ, ਉਹ ਸਾਡੇ ਭਰਮ ਨੇੜੇ ਨਾ ਰਹੇ। ਭਰਮ ਦੀ ਫਾਹੀ ਨੂੰ ਅਸੀਂ ਕੱਟ ਦਈਏ, ਭਰਮ ਦੇ ਜਾਲੇ ਨੂੰ ਨਾਸ ਕਰ ਦਈਏ ਅਤੇ ਹਰ ਸਮੇਂ ਉਸ ਨੂੰ ਪ੍ਰਤੱਖ ਦੇਖਦੇ ਰਹੀਏ, ਕਿਉਂਕਿ ਦੇਖਣਾ ਹੀ ਭਗਤੀ ਹੈ। ਜਿਨ੍ਹਾਂ ਦੇਖ ਲਿਆ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਜਿਹੜੇ ਦਰਸ਼ਨ ਕਰਦੇ ਨੇ, ਬਸ ਇੱਕ ਸਾਨੂੰ ਪਿਆਸ ਹੋਵੇ ਦਰਸ਼ਨਾਂ ਦੀ ਅਤੇ ਸਾਡੇ ਸਾਹਮਣੇ ਪ੍ਰਗਟ ਰਹੇ ਅਤੇ ਆਪਾਂ ਪੂਰੇ ਹੋ ਜਾਂਦੇ ਹਾਂ। 8 ਪਹਿਰ ਪ੍ਰਬਸੈ ਹਜੂਰੇ, ਕਹੋ ਨਾਨਕ ਸਈ ਜਨ ਪੂਰੇ। 8 ਪਹਿਰ ਆਪਾਂ ਉਸ ਨੂੰ ਦੇਖ ਸਕਦੇ ਹਾਂ, ਜਦੋਂ ਵੀ ਦੇਖਾਂਗੇ ਸਾਹਮਣੇ ਪ੍ਰਗਟ ਹੈ। ਸੋ ਕਿਵੇਂ ਕਰਨਾ ਹੈ? ਕਿਉਂਕਿ ਮਨ ਨੇਤਰਾਂ ਦੇ ਵਿੱਚ ਹੈ, ਨੇਤਰ 2 ਨੇ ਅਤੇ ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਨਾ ਹੈ। ਇੱਥੇ ਦ੍ਰਿਸ਼ਟੀ ਨੂੰ ਫੋਕਸ ਕਰਨਾ ਹੈ ਆਪਾਂ ਦੋਨਾਂ ਨੇਤਰਾਂ ਦੀ, ਅਤੇ ਆਪਣੇ ਆਪ ਦਾ ਪਹਿਚਾਣ ਕਰਨੀ ਹੈ। ਇੱਥੇ ਫੋਕਸ ਕਰਨ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਇਹ ਦੇਖਣਾ ਹੁੰਦਾ ਕਿ ਸਾਨੂੰ ਇੱਥੇ ਆਪਣਾ ਨੱਕ ਦਿਸਦਾ ਜਾਂ ਨਹੀਂ। ਕਿਉਂਕਿ ਜੇ ਤਾਂ ਅਸੀਂ ਇੱਕ ਦ੍ਰਿਸ਼ਟ ਹੋਵਾਂਗੇ, ਇੱਕ ਜੋਤ ਹੋਵੇਗਾ ਮਨ, ਫਿਰ ਸਾਨੂੰ ਨੱਕ ਨਹੀਂ ਦਿਸੇਗਾ। ਜੇ 2 ਦ੍ਰਿਸ਼ਟੀ ਦੇ ਵਿੱਚ ਹੈ ਫਿਰ ਸਾਨੂੰ ਨੱਕ ਦਿਸੇਗਾ। ਜੇ ਦਿਸਦਾ ਹੈ ਫਿਰ ਆਪਾਂ ਇਹ ਦੇਖਣਾ ਹੈ ਕਿ ਕਿਸ ਪਾਸੇ ਤੋਂ ਦਿਸਦਾ ਹੈ, ਸੱਜੇ ਦਿਸਦਾ, ਖੱਬੇ ਜਾਂ ਵਿਚਾਲੇ। ਕਿਉਂਕਿ ਸੱਜੇ ਤਮੋਗੁਣ ਹੈ, ਇਸ ਪਾਸੇ ਦਿਸੇਗਾ, ਇੱਕੋ ਪਾਸੇ ਸਾਈਡ ਤੋਂ ਦਿਸਦਾ ਹੈ ਤਮੋਗੁਣ ਹੈ। ਇਸ ਪਾਸੇ ਖੱਬੇ ਪਾਸੇ ਦਿਸਦਾ ਹੈ ਤੇ ਰਜੋਗੁਣ ਹੈ, ਦੇ ਵਿਚਾਲੇ ਦਿਸਦਾ ਹੈ ਤੇ ਸਤੋਗੁਣ ਹੈ। ਜੇ ਨਹੀਂ ਦਿਸਦਾ, ਇੱਕ ਦ੍ਰਿਸ਼ਟ ਹਾਂ, ਜਿਸ ਨੂੰ ਆਪਾਂ ਦੇਵਲੋਕ ਕਹਿ ਦਿੰਦੇ ਹਾਂ, ਦੇਵਤਾ ਕਹਿ ਦਿੰਦੇ ਹਾਂ। ਅਤੇ ਫਿਰ ਗੁਰ ਲੈ ਕੇ ਧਿਆਉਣ ਦੇ ਨਾਲ ਜਦੋਂ ਮੁੱਖ ਪ੍ਰਕਾਸ਼ ਹੋ ਜਾਂਦਾ ਹੈ, ਉਜਲ ਹੋ ਜਾਂਦਾ ਹੈ, ਫਿਰ ਸਾਨੂੰ ਸੰਤ, ਗੁਰਮੁਖ, ਗੁਰਸਿੱਖ, ਸਾਧੂ ਬਹੁਤ ਸਾਰੇ ਸਾਨੂੰ ਜਿਹੜੇ ਮਾਣ ਵਡਿਆਈ ਪ੍ਰਾਪਤ ਹੁੰਦੀ ਹੈ, ਸਾਨੂੰ ਉਹ ਪਦ ਪ੍ਰਾਪਤ ਹੁੰਦਾ ਹੈ। ਧਿਆਉਣ ਦੇ ਨਾਲ ਮੁੱਖ ਉਜਲ ਹੋ ਜਾਂਦਾ ਹੈ। ਸੋ ਆਓ ਪਹਿਲਾਂ
ਆਪਾਂ ਦੇਖੀਏ ਆਪਣੇ ਆਪ ਨੂੰ, ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਸਮ ਕਰਕੇ ਫੋਕਸ ਕਰਕੇ ਦ੍ਰਿਸ਼ਟੀ ਨੂੰ ਆਪਣੇ ਆਪ ਨੂੰ ਦੇਖੋ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਜਾਂ ਦੋ ਦ੍ਰਿਸ਼ਟ ਹੈ। ਜਿਹੜਾ ਕੋਈ ਨਵਾਂ ਜੀਵ ਹੈ, ਜਿਹੜੇ ਦੂਜੇ ਨੇ, ਉਹਨਾਂ ਆਪਣੇ ਪ੍ਰਕਾਸ਼ ਰੂਪ ਨੂੰ ਦੇਖਣਾ ਹੈ। ਆਓ ਫਿਰ ਜਦੋਂ ਇੱਥੋਂ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ, ਪਹਿਲਾਂ ਇੱਥੇ ਦੇਖਾਂਗੇ ਆਪਣੇ ਆਪ ਨੂੰ। ਜਦੋਂ ਕਹਾਂਗੇ ਸਾਹਮਣੇ ਲੈ ਕੇ ਆਓ ਧਿਆਨ, ਫਿਰ ਆਪਾਂ ਸਾਹਮਣੇ ਦੇਖਣਾ ਹੈ। ਫਿਰ ਜਦੋਂ ਕਹਾਂਗੇ ਮਸਤਕ ਦੇ ਸਾਹਮਣੇ ਲੈ ਜਾਓ ਧਿਆਨ, ਤੇ ਪਲਕਾਂ ਉੱਤੇ ਚੁੱਕਦੇ ਰਹਿਣਾ। ਫਿਰ ਕਹਾਂਗੇ ਵਾਪਸ, ਜਦੋਂ ਕਹਾਂਗੇ ਸਾਹਮਣੇ, ਫਿਰ ਸਾਹਮਣੇ। ਫਿਰ ਜਦੋਂ ਕਹਾਂਗੇ ਸਮ ਕਰੋ, ਫਿਰ ਇਸ 'ਤੇ ਸਮ ਕਰਕੇ ਦੇਖਣਾ ਹੈ। ਜੇ ਕੋਈ ਨਵਾਂ ਜੀਵ ਜਿਸ ਨੂੰ ਹਾਲੇ ਨੱਕ ਦਿਸਦਾ ਹੈ, ਉਸਨੇ ਫਿਰ ਦੇਖਣਾ ਹੈ ਕਿ ਦਿਸਣੋਂ ਹਟ ਗਿਆ ਜਾਂ ਨਹੀਂ। ਜੇ ਹਟ ਗਿਆ, ਇੱਕ ਦ੍ਰਿਸ਼ਟ ਹੋ ਗਿਆ। ਨਹੀਂ ਕਮੈਂਟ ਕਰਕੇ ਵੀ ਦੱਸ ਸਕਦਾ ਹੈ ਜੀ ਫੋਨ 'ਤੇ। ਫਿਰ ਆਪਾਂ ਵੀਡੀਓ ਕਾਲ ਦੁਆਰਾ ਸਾਹਮਣੇ ਬੈਠ ਕੇ ਵੀ ਇਹ ਧਿਆਨ ਲਗਾ ਸਕਦੇ ਹਾਂ, ਕਿਉਂਕਿ ਕਈ ਵਾਰੀ ਜੀਵ ਨੂੰ ਵਿਸ਼ਵਾਸ ਨਹੀਂ ਹੁੰਦਾ, ਸਮਝ ਨਹੀਂ ਆਉਂਦੀ ਕਈ ਵਾਰੀ। ਫਿਰ ਵੀ ਆਪਾਂ ਦੁਬਾਰਾ ਵੀਡੀਓ ਕਾਲ 'ਤੇ ਵੀ ਕਰ ਸਕਦੇ ਹਾਂ, ਲੇਕਿਨ ਕਰਨਾ ਹੈ, ਇੱਕ ਦ੍ਰਿਸ਼ਟ ਹੋਣਾ ਹੈ। ਪ੍ਰਭੂ ਦੇ ਦਰਸ਼ਨ ਕਰਨੇ ਨੇ, ਨਾਮ ਨੂੰ ਬੁੱਝਣਾ ਹੈ। ਆਪਣੇ ਜੀਵਨ ਦਾ ਮਨੋਰਥ ਹੈ, ਜਿਸ ਵਾਸਤੇ ਸਾਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਜੇ ਆਪਾਂ ਬੁੱਝਿਆ ਨਾ, ਫਿਰ ਆਪਾਂ ਜਨਮ ਮਰਨ ਦੇ ਵਿੱਚ ਪੈ ਰਹਾਂਗੇ। ਜਿਨ ਗੁਰਮੁਖ ਨਾਮ ਨਾ ਬੁੱਝਿਆ, ਮਰ ਜਨਮੈ ਆਵੈ ਜਾਏ। ਸੋ ਆਓ ਨੇਤਰ ਸਮ ਕਰੀਏ। ਪਹਿਲਾਂ ਦ੍ਰਿਸ਼ਟੀ ਨੂੰ ਫੋਕਸ ਕਰਕੇ ਆਪਣੇ ਆਪ ਨੂੰ ਦੇਖੀਏ, ਪਰਖੀਏ। ਸਾਹਮਣੇ ਲੈ ਕੇ ਆਈਏ ਧਿਆਨ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ। फिर सामने लेके आओ। फिर सम करके देखो अपने आप ਨੂੰ। ਜੇ ਕੋਈ ਨਵਾਂ ਜੀਵ ਜੇ ਦਿਸਦਾ ਸੀ ਨੱਕ, ਪਹਿਲਾਂ ਉਸਨੇ ਚੈੱਕ ਕਰਨਾ ਹੈ ਕਿ ਦਿਸ ਨੂੰ ਹਟ ਗਿਆ। ਜੇ ਦਿਸ ਨੂੰ ਹਟ ਗਿਆ ਤਾਂ ਇੱਕ ਦ੍ਰਿਸ਼ਟ ਹੋ ਗਿਆ।
नीचे लै जाओ ध्यान हुण, बिल्कुल रिलैक्स देखना है नीचे। जो भी थल्ले आप बैठे विछया है, थल्ले चादर जो भी फर्श है, उस तो थोड़ा उपर 4-5 उंगल उत्ते देखने की कोशिश करनी है। फिर सम करके देखे अपने आप नूं। फिर नीचे लै जाओ ध्यान।
फिर सम करके देखिए अपने आप ਨੂੰ। फिर नीचे ले जाओ ध्यान। सामने लेके आइए ध्यान।
ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦੋ ਜੀ। ਫਿਰ ਸਾਹਮਣੇ ਲੈ ਕੇ ਆਈਏ ਧਿਆਨ। नीचे ले जो ध्यान। सम करके देखिए अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਆਪਣੇ ਆਪ ਨੂੰ ਪਹਿਚਾਨਣਾ, ਆਪਣੇ ਮੂਲ ਨੂੰ ਪਹਿਚਾਨਣਾ, ਆਪਣੇ ਪ੍ਰਕਾਸ਼ ਰੂਪ ਨੂੰ ਦੇਖਣਾ ਹੈ ਅਤੇ ਭਰਮ ਨੂੰ ਦੂਰ ਕਰਨਾ ਹੈ।
ਕਿਉਂਕਿ ਆਪਣੇ ਰੂਪ ਨੂੰ ਦੇਖਾਂਗੇ, ਸਾਹਮਣੇ ਦੇਖਾਂਗੇ, ਮੁੱਖ ਪ੍ਰਕਾਸ਼ ਹੋ ਜਾਏਗਾ ਅਤੇ ਆਪਾਂ ਨੂੰ ਆਪਣਾ ਪ੍ਰਕਾਸ਼ ਰੂਪ ਦਿਸੇਗਾ ਅਤੇ ਸਾਹਮਣੇ ਹਰ ਪਾਸੇ ਹੀ ਉਹ ਪ੍ਰਕਾਸ਼ ਨਜ਼ਰ ਆਏਗਾ ਅਤੇ ਆਪਾਂ ਪਹਿਚਾਣ ਕੇ ਭਰਮ ਨੂੰ ਦੂਰ ਕਰਾਂਗੇ ਅਤੇ ਇੱਕ ਪ੍ਰਭੂ ਦੇ ਸਿਫਤ ਸਲਾਹ ਕਰਾਂਗੇ, ਉਸ ਨੂੰ ਦੇਖਦੇ ਰਹਾਂਗੇ, ਉਸ ਦੀ ਪੂਜਾ ਕਰਾਂਗੇ, ਉਸ ਦੀ ਸੇਵਾ ਕਰਾਂਗੇ। ਉਸ ਤੋਂ ਬਿਨਾਂ ਦੂਜੇ ਨੂੰ ਨਹੀਂ ਮੰਨਾਂਗੇ, ਨਹੀਂ ਪੂਜਾਂਗੇ ਅਤੇ ਫਿਰ ਆਪਣਾ ਜੀਵਨ ਸਫਲ ਹੋ ਜਾਂਦਾ ਹੈ। ਕਿਉਂਕਿ ਆਪਾਂ ਸਿਰਫ ਉਸੇ ਪ੍ਰਭੂ ਦੀ ਸਿਫਤ ਸਲਾਹ ਕਰਨੀ ਹੈ ਜੋ ਕਰਨ ਦੇ ਯੋਗ ਹੈ। ਨਾਨਕ ਸਦਾ ਧਿਆਈਐ ਧਿਆਵਨ ਜੋਗ। ਉਸ ਨੂੰ ਧਿਆਉਣਾ ਹੈ ਜਿਹੜਾ ਧਿਆਵਨ ਦੇ ਯੋਗ ਹੈ। ਦੂਜੇ ਨੂੰ ਆਪਾਂ ਨਹੀਂ ਸਿਮਰਨਾ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।